स्वागत है ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਚ। ਮੇਰਾ ਦਿਓਰ ਰੋਜ਼ ਆਪਣੀ ਪਤਨੀ ਨੂੰ ਮਾਰਦਾ ਸੀ ਤੇ ਉਸਦੇ ਰੋਣ ਦੀ ਆਵਾਜ਼ ਮੇਰੇ ਕਮਰੇ ਤੱਕ ਆਉਂਦੀ ਸੀ। ਕਦੇ-ਕਦੇ ਤਾਂ ਮੈਨੂੰ ਇਹ ਸੋਚ ਕੇ ਬਹੁਤ ਗੁੱਸਾ ਆਉਂਦਾ ਸੀ ਕਿ ਮੇਰਾ ਦਿਓਰ ਕਿੰਨਾ ਜ਼ਾਲਮ ਆਦਮੀ ਹੈ। ਮੈਂ ਸੋਚਦੀ ਸੀ ਕਿ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਦੇਖਾਂ ਕਿ ਆਖਰ ਕਿਸ ਗੱਲ ਕਰਕੇ ਰੋਜ਼ਾਨਾ ਉਹਨਾਂ ਦੀ ਲੜਾਈ ਹੁੰਦੀ ਹੈ। ਆਖਰ ਅਜਿਹੀ ਕੀ ਗੱਲ ਹੈ ਜਿਸ ਕਰਕੇ ਦੋਵਾਂ 'ਚ ਰੋਜ਼ਾਨਾ ਹੀ ਲੜਾਈ ਹੁੰਦੀ ਹੈ। ਪਰ ਮੇਰੇ ਪਤੀ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਤੈਨੂੰ ਦੂਜਿਆਂ ਦੇ ਮਾਮਲੇ 'ਚ ਬੋਲਣ ਦੀ ਕੋਈ ਲੋੜ ਨਹੀਂ ਹੈ। ਇੱਕ ਰਾਤ ਆਪਣੇ ਪਤੀ ਦੇ ਮਨਾ ਕਰਨ ਤੋਂ ਬਾਅਦ ਵੀ ਮੈਂ ਆਪਣੇ ਦਿਓਰ ਦੇ ਕਮਰੇ 'ਚ ਚਲੀ ਗਈ ਤੇ ਉੱਥੇ ਮੈਂ ਜੋ ਕੁਝ ਦੇਖਿਆ ਉਸ ਨੂੰ ਦੇਖ ਕੇ ਤਾਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਕਦੇ-ਕਦੇ ਜੋ ਅਸੀਂ ਸੋਚਦੇ ਹਾਂ ਉਹ ਜਿਹਾ ਕੁਝ ਵੀ ਨਹੀਂ ਹੁੰਦਾ, ਸਭ ਕੁਝ ਉਸ ਨਾਲੋਂ ਉਲਟ ਹੀ ਹੁੰਦਾ ਹੈ। ਮੇਰੇ ਨਾਲ ਵੀ ਕੁਝ ਅਜਿਹਾ ਹੋਇਆ ਸੀ। ਜਦੋਂ ਮੇਰੇ ਮਾਤਾ ਪਿਤਾ ਨੇ ਮੇਰਾ ਰਿਸ਼ਤਾ ਸਮੀਰ ਨਾਲ ਤੈਅ ਕੀਤਾ ਤਾਂ ਸਾਰੀਆਂ ਲੜਕੀਆਂ ਵਾਂਗ ਮੈਂ ਵੀ ਬਹੁਤ ਖੁਸ਼ ਸੀ ਤੇ ਬਹੁਤ ਸਾਰੇ ਸੁਪਨੇ ਆਪਣੀਆਂ ਅੱਖਾਂ ਸਜਾਏ ਹੋਏ ਸਨ। ਮੈਂ ਸਮੀਰ ਨਾਲ ਸਿਰਫ ਇੱਕ ਵਾਰ ਹੀ ਮਿਲੀ ਸੀ ਜਦੋਂ ਉਹ ਮੈਨੂੰ ਮੇਰੇ ਘਰ ਦੇਖਣ ਆਇਆ ਸੀ ਤੇ ਉਹ ਪਹਿਲੀ ਨਜ਼ਰ 'ਚ ਹੀ ਮੇਰੇ ਦਿਲ 'ਚ ਉਤਰ ਗਿਆ ਸੀ। ਪਰ ਅੱਜ ਮੇਰੀ ਉਸ ਨਾਲ ਮੁਲਾਕਾਤ ਹੋਣ ਵਾਲੀ ਸੀ ਕਿਉਂਕਿ ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਸੀ ਤੇ ਮੈਂ ਦੁਲਹਨ ਬਣ ਕੇ ਆਪਣੇ ਕਮਰੇ 'ਚ ਬੈਠੀ ਸਮੀਰ ਦੀ ਉਡੀਕ ਕਰ ਰਹੀ ਸੀ। ਮੈਂ ਆਪਣੇ ਕਮਰੇ ਦੇ ਚਾਰੇ ਪਾਸੇ ਦੇਖਿਆ ਤਾਂ ਮੇਰਾ ਕਮਰਾ ਹਰ ਪਾਸੇ ਫੁੱਲਾਂ ਨਾਲ ਸਜਿਆ ਹੋਇਆ ਸੀ ਤੇ ਪੂਰੇ ਕਮਰੇ 'ਚ ਖੁਸ਼ਬੂ ਹੀ ਖੁਸ਼ਬੂ ਸੀ। ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਮੈਂ ਕਿੰਨੀ ਖੁਸ਼ਨਸੀਬ ਹਾਂ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਜਿਸ ਨੇ ਮੇਰੀਆਂ ਰਾਹਾਂ 'ਚ ਫੁੱਲ ਵਿਛਾ ਦਿੱਤੇ। ਮੈਂ ਆਪਣੇ ਤੇ ਸਮੀਰ ਬਾਰੇ ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ ਕਿ ਅਚਾਨਕ ਮੈਨੂੰ ਰੋਣ ਤੇ ਚੀਕਣ ਦੀ ਆਵਾਜ਼ ਆਉਣ ਲੱਗੀ। ਰੋਣ ਦੀ ਆਵਾਜ਼ ਨਾਲ ਮੈਂ ਪੂਰੀ ਤਰ੍ਹਾਂ ਸਹਿਮ ਗਈ। ਕੁਝ ਸਮਾਂ ਪਹਿਲਾਂ ਮੈਂ ਆਪਣੇ ਸੁਪਨਿਆਂ 'ਚ ਗਵਾਚੀ ਹੋਈ ਸੀ ਤੇ ਆਪਣੀ ਇੱਕ ਵੱਖਰੀ ਹੀ ਦੁਨੀਆ ਬਣਾ ਰਹੀ ਸੀ, ਪਰ ਇਸ ਰੋਣ ਦੀ ਆਵਾਜ਼ ਨੇ ਤਾਂ ਜਿਵੇਂ ਮੈਨੂੰ ਸੁਪਨੇ 'ਚੋਂ ਜਗਾ ਕੇ ਰੱਖ ਦਿੱਤਾ ਸੀ। ਪਤਾ ਨਹੀਂ ਮੇਰੇ ਸਹੁਰੇ ਘਰ 'ਚ ਕੀ ਗੱਲ ਹੋਈ ਸੀ ਜੋ ਕਿਸੇ ਔਰਤ ਦੇ ਰੋਣ ਦੀ ਆਵਾਜ਼ ਇੰਨੀ ਤੇਜ਼ ਆ ਰਹੀ ਸੀ। ਰੋਣ ਦੀਆਂ ਆਵਾਜ਼ਾਂ ਸੁਣ ਕੇ ਮੇਰਾ ਕਮਰੇ 'ਚ ਰਹਿਣਾ ਮੁਸ਼ਕਿਲ ਹੋ ਰਿਹਾ ਸੀ। ਮੇਰਾ ਦਿਲ ਘਬਰਾਉਣ ਲੱਗਿਆ ਸੀ। ਮੈਂ ਸੋਚ ਰਹੀ ਸੀ ਕਿ ਬਾਹਰ ਜਾ ਕੇ ਦੇਖਾਂ ਕਿ ਆਖਰ ਮਾਮਲਾ ਕੀ ਹੈ, ਪਰ ਮੈਂ ਇਸ ਤਰ੍ਹਾਂ ਬਾਹਰ ਨਹੀਂ ਜਾ ਸਕਦੀ ਸੀ ਕਿਉਂਕਿ ਮੈਂ ਨਵੀਂ ਦੁਲਹਨ ਸੀ ਜੋ ਵਿਆਹ ਦੇ ਜੋੜੇ 'ਚ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ। ਐਨੇ 'ਚ ਮੇਰਾ ਪਤੀ ਮੇਰੇ ਕਮਰੇ 'ਚ ਆਇਆ ਤੇ ਜਦੋਂ ਉਸਨੇ ਮੈਨੂੰ ਦੁਲਹਨ ਦੇ ਜੋੜੇ 'ਚ ਦੇਖਿਆ ਤਾਂ ਮੈਨੂੰ ਦੇਖਦਾ ਹੀ ਰਹਿ ਗਿਆ। ਉਹ ਮੇਰੇ ਕੋਲ ਆ ਕੇ ਬੈਠਾ ਤੇ ਮੇਰਾ ਹੱਥ ਫੜ ਕੇ ਮੈਨੂੰ ਆਖਣ ਲੱਗਿਆ ਕਿ ਤੂੰ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਸ ਲਾਲ ਜੋੜੇ 'ਚ ਤੂੰ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ। ਉਹ ਲਗਾਤਾਰ ਮੇਰੀਆਂ ਸਿਫਤਾਂ ਕਰ ਰਿਹਾ ਸੀ, ਪਰ ਮੈਨੂੰ ਉਸ ਰੋਣ ਦੀ ਆਵਾਜ਼ ਕਰਕੇ ਘਬਰਾਹਟ ਹੋ ਰਹੀ ਸੀ। ਮੇਰੇ ਚਿਹਰੇ ਤੇ ਪਰੇਸ਼ਾਨੀ ਨੂੰ ਦੇਖ ਕੇ ਮੇਰਾ ਪਤੀ ਸਮਝ ਗਿਆ ਕਿ ਮੈਂ ਕੀ ਸੋਚ ਰਹੀ ਹਾਂ। ਫਿਰ ਉਹਨਾਂ ਨੇ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਇਸ ਘਰ 'ਚ ਸਾਰੇ ਆਪਣੀ ਮਰਜ਼ੀ ਨਾਲ ਜਿਉਂਦੇ ਹਨ ਤੇ ਤੈਨੂੰ ਕਿਸੇ ਦੇ ਵਿੱਚ ਬੋਲਣ ਦੀ ਲੋੜ ਨਹੀਂ ਹੈ। ਮੈਂ ਆਪਣੇ ਪਤੀ ਨੂੰ ਹੈਰਾਨ ਨਾਲ ਦੇਖਦੇ ਹੋਏ ਪੁੱਛਿਆ ਕਿ ਉਹ ਕਿਹੜੀ ਔਰਤ ਹੈ ਜੋ ਇੰਨੀ ਉੱਚੀ-ਉੱਚੀ ਰੋ ਰਹੀ ਹੈ। ਮੇਰੇ ਪਤੀ ਨੇ ਦੱਸਿਆ ਕਿ ਉਹ ਤੇਰੀ ਦਰਾਣੀ ਹੈ ਤੇ ਉਹ ਰੋਜ਼ ਰਾਤ ਨੂੰ ਇਸ ਤਰ੍ਹਾਂ ਹੀ ਰੋਂਦੀ ਹੈ। ਅਸਲ 'ਚ ਮੇਰੇ ਦਿਓਰ ਦਾ ਵਿਆਹ ਪਹਿਲਾਂ ਹੋ ਗਿਆ ਸੀ। ਮੇਰਾ ਪਤੀ ਮੇਰੀ ਸੱਸ ਦਾ ਵੱਡਾ ਮੁੰਡਾ ਸੀ ਤੇ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਹੀ ਸੀ। ਮੇਰੇ ਪਤੀ ਨੇ ਕਿਹਾ ਕਿ ਇਹ ਉਹਨਾਂ ਦੋਵਾਂ ਪਤੀ ਪਤਨੀ ਦਾ ਆਪਸੀ ਮਾਮਲਾ ਹੈ, ਤੂੰ ਇਸ ਤੇ ਧਿਆਨ ਨਾ ਦੇ ਤੇ ਤੂੰ ਸਿਰਫ ਮੇਰੇ ਤੇ ਧਿਆਨ ਦੇ। ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਹੈ, ਇਸ ਲਈ ਤੂੰ ਸਿਰਫ ਮੇਰੇ ਬਾਰੇ ਸੋਚ। ਇੰਨਾ ਕਹਿ ਕੇ ਮੇਰੇ ਪਤੀ ਨੇ ਮੇਰਾ ਹੱਥ ਫੜਿਆ ਤੇ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗਿਆ। ਸਮੀਰ ਦੀਆਂ ਗੱਲਾਂ 'ਚ ਮੈਂ ਇਸ ਤਰ੍ਹਾਂ ਗਵਾਚੀ ਕਿ ਮੈਨੂੰ ਉਸ ਰੋਣ ਦੀ ਆਵਾਜ਼ ਦਾ ਪਤਾ ਹੀ ਨਾ ਲੱਗਿਆ। ਸਮੀਰ ਦੀ ਮਾਂ ਖੁਦ ਸਮੀਰ ਦਾ ਰਿਸ਼ਤਾ ਮੇਰੇ ਘਰ ਲੈ ਕੇ ਆਈ ਸੀ ਤੇ ਮੈਨੂੰ ਆਪਣੀ ਪਸੰਦ ਨਾਲ ਆਪਣੀ ਬਹੂ ਬਣਾ ਕੇ ਲਿਆਈ ਸੀ। ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਮੈਂ ਸਮੀਰ ਨੂੰ ਪਸੰਦ ਆਵਾਂਗੀ ਜਾਂ ਨਹੀਂ, ਪਰ ਸਮੀਰ ਨੇ ਪਹਿਲੀ ਮੁਲਾਕਾਤ 'ਚ ਹੀ ਇਹ ਦੱਸ ਦਿੱਤਾ ਕਿ ਉਹ ਮੈਨੂੰ ਬਹੁਤ ਪਿਆਰ ਕਰਨ ਲੱਗਿਆ ਹੈ। ਅਗਲੀ ਸਵੇਰ ਜਦੋਂ ਮੈਂ ਆਪਣੇ ਕਮਰੇ 'ਚੋਂ ਬਾਹਰ ਆਈ ਤਾਂ ਮੇਰੀ ਦਰਾਣੀ ਘਰ 'ਚ ਕੰਮ ਕਰ ਰਹੀ ਸੀ। ਮੈਂ ਸੋਚਿਆ ਕਿ ਉਸ ਤੋਂ ਪੁੱਛਦੀ ਹਾਂ ਕਿ ਰਾਤ ਕੀ ਹੋਇਆ ਸੀ, ਤੂੰ ਕਿਉਂ ਇਸ ਤਰ੍ਹਾਂ ਰੋ ਰਹੀ ਸੀ। ਪਰ ਮੈਂ ਸੋਚਿਆ ਕੀ ਹੋ ਸਕਦਾ ਹੈ ਮੇਰੀ ਦਰਾਣੀ ਨੂੰ ਮੇਰੀ ਗੱਲ ਦਾ ਬੁਰਾ ਲੱਗ ਜਾਵੇ, ਇਸ ਲਈ ਮੈਂ ਉਸ ਤੋਂ ਕੁਝ ਨਹੀਂ ਪੁੱਛਿਆ। ਮੇਰੀ ਸੱਸ ਨੇ ਮੈਨੂੰ ਨਾਸ਼ਤੇ ਲਈ ਬੁਲਾਇਆ ਤਾਂ ਮੈਂ ਸ਼ਰਮਾਉਂਦੇ ਹੋਏ ਨਾਸ਼ਤੇ ਵਾਲੀ ਮੇਜ਼ ਤੇ ਜਾ ਕੇ ਬੈਠ ਗਈ ਤੇ ਮੇਰੇ ਸਾਹਮਣੇ ਬੈਠੇ ਆਪਣੇ ਦਿਓਰ ਨੂੰ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਪਤਾ ਨਹੀਂ ਇਹ ਆਪਣੀ ਪਤਨੀ ਨਾਲ ਅਜਿਹਾ ਕੀ ਕਰਦਾ ਹੈ। ਮੈਨੂੰ ਉਸ ਨੂੰ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ, ਪਰ ਬਾਕੀ ਸਾਰੇ ਲੋਕ ਘਰ 'ਚ ਨਾਰਮਲ ਸਨ, ਜਿਵੇਂ ਰਾਤ ਨੂੰ ਕੁਝ ਹੋਇਆ ਹੀ ਨਾ ਹੋਵੇ। ਨਾਸ਼ਤਾ ਕਰਨ ਤੋਂ ਬਾਅਦ ਮੇਰੇ ਘਰ ਵਾਲੇ ਮੈਨੂੰ ਲੈਣ ਲਈ ਆ ਗਏ। ਮੈਂ ਆਪਣੇ ਘਰ ਵਾਲਿਆਂ ਨਾਲ ਆਪਣੇ ਪੇਕੇ ਆ ਗਈ
ਜਾਣ ਤੋਂ ਪਹਿਲਾਂ ਸਮੀਰ ਨੇ ਮੈਨੂੰ ਬਹੁਤ ਪਿਆਰ ਨਾਲ ਕਿਹਾ ਕਿ ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ। ਸ਼ਾਮ ਨੂੰ ਮੈਂ ਤੈਨੂੰ ਲੈਣ ਆਵਾਂਗਾ। ਸਮੀਰ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਪੇਕੇ ਜਾ ਕੇ ਮੈਂ ਆਪਣੇ ਭੈਣ ਭਰਾਵਾਂ ਨਾਲ ਮਿਲੀ ਤੇ ਮਾਤਾ ਪਿਤਾ ਮੈਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੋਏ। ਜਦੋਂ ਸ਼ਾਮ ਹੋਈ ਤਾਂ ਮੇਰੀ ਸੱਸ ਮੈਨੂੰ ਲੈਣ ਮੇਰੇ ਪੇਕੇ ਆ ਗਈ। ਮੇਰੀ ਮਾਂ ਨੇ ਮੇਰੀ ਸੱਸ ਤੋਂ ਪੁੱਛਿਆ ਕਿ ਸਮੀਰ ਬੇਟਾ ਕਿਉਂ ਨਹੀਂ ਆਇਆ, ਤਾਂ ਮੇਰੀ ਸੱਸ ਨੇ ਅਜੀਬ ਜਿਹਾ ਜਵਾਬ ਦਿੱਤਾ ਤੇ ਕਹਿਣ ਲੱਗੀ ਕਿ ਮੈਂ ਆਵਾਂ ਜਾਂ ਸਮੀਰ, ਕੀ ਫਰਕ ਪੈਂਦਾ ਹੈ, ਬਹੂ ਨੂੰ ਤਾਂ ਸਾਡੇ ਘਰ ਹੀ ਜਾਣਾ ਹੈ। ਸਮੀਰ ਨੂੰ ਨਾ ਦੇਖ ਕੇ ਮੇਰਾ ਦਿਲ ਬਹੁਤ ਜ਼ਿਆਦਾ ਉਦਾਸ ਹੋਇਆ। ਸਹੁਰੇ ਘਰ ਆ ਕੇ ਜਦੋਂ ਮੈਂ ਆਪਣੇ ਕਮਰੇ 'ਚ ਗਈ ਤਾਂ ਮੈਂ ਦੇਖਿਆ ਕਿ ਸਮੀਰ ਬੈੱਡ 'ਤੇ ਪਿਆ ਸੀ। ਇਹ ਦੇਖ ਕੇ ਮੈਂ ਗੁੱਸੇ ਸਮੀਰ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਲੈਣ ਕਿਉਂ ਨਹੀਂ ਆਏ। ਸਮੀਰ ਨੇ ਕਿਹਾ ਕਿ ਸਾਡੇ ਘਰ ਦੀ ਇਹੀ ਰੀਤ ਹੈ। ਇਹ ਕਹਿ ਕੇ ਸਮੀਰ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਫਿਰ ਤੋਂ ਮੇਰੀ ਦਰਾਣੀ ਦੇ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਆਵਾਜ਼ ਸੁਣ ਕੇ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਆਖਰ ਮਾਮਲਾ ਕੀ ਹੈ, ਕਿਉਂ ਮੇਰੀ ਦਰਾਣੀ ਰੋਜ਼ ਰੋਂਦੀ ਹੈ। ਮੈਂ ਸਮੀਰ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਮੈਂ ਤੈਨੂੰ ਮਨਾ ਕੀਤਾ ਹੈ, ਤੂੰ ਪਤੀ ਪਤਨੀ ਦੇ ਮਾਮਲੇ ਤੋਂ ਦੂਰ ਰਹਿ। ਉਹ ਕੁਝ ਵੀ ਕਰਨ, ਸਾਨੂੰ ਉਸ ਨਾਲ ਕੀ, ਤੂੰ ਸਿਰਫ ਮੇਰੇ ਤੇ ਧਿਆਨ ਦੇ। ਪਰ ਮੈਂ ਉਸ ਆਵਾਜ਼ ਤੇ ਆਪਣਾ ਧਿਆਨ ਨਹੀਂ ਹਟਾ ਪਾ ਰਹੀ ਸੀ। ਇਹੀ ਸੋਚਦੇ ਸੋਚਦੇ ਮੈਂ ਸੋ ਗਈ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੇਰੀ ਤਬੀਅਤ ਕੁਝ ਠੀਕ ਨਹੀਂ ਸੀ। ਫਿਰ ਵੀ ਮੈਂ ਤਿਆਰ ਹੋ ਕੇ ਨਾਸ਼ਤੇ ਲਈ ਬਾਹਰ ਆ ਗਈ। ਜਦੋਂ ਮੈਂ ਬਾਹਰ ਆਈ ਤਾਂ ਕੱਲ੍ਹ ਵਾਂਗ ਅੱਜ ਵੀ ਮੇਰੀ ਦਰਾਣੀ ਸਾਰਿਆਂ ਲਈ ਨਾਸ਼ਤਾ ਬਣਾ ਰਹੀ ਸੀ। ਮੇਰੀ ਸੱਸ ਮੇਰੀ ਦਰਾਣੀ ਨੂੰ ਕਿਸੇ ਗੱਲ ਤੇ ਝਿੜਕ ਰਹੀ ਸੀ। ਦਿਓਰ ਵੀ ਉੱਥੇ ਬੈਠਾ ਸਭ ਕੁਝ ਸੁਣ ਰਿਹਾ ਸੀ, ਪਰ ਉਸਨੇ ਆਪਣੀ ਮਾਂ ਨੂੰ ਕੁਝ ਨਹੀਂ ਕਿਹਾ। ਮੇਰੇ ਵਿਆਹ ਨੂੰ 2 ਹਫ਼ਤੇ ਹੋ ਗਏ, ਪਰ ਸਮੀਰ ਤੇ ਮੈਂ ਇਕੱਠੇ ਬੈਠ ਕੇ ਖਾਣਾ ਵੀ ਨਹੀਂ ਖਾਂਦੇ ਸੀ। ਮੇਰੇ ਸਹੁਰੇ ਘਰ ਪਤੀ ਪਤਨੀ ਦਾ ਇਕੱਠੇ ਬੈਠ ਕੇ ਖਾਣਾ ਗਲਤ ਸਮਝਿਆ ਜਾਂਦਾ ਸੀ। ਮੇਰੇ ਸਹੁਰੇ ਘਰ ਦੇ ਨਿਯਮ ਬਹੁਤ ਅਜੀਬ ਸਨ। ਮੈਂ ਸੱਸ ਦੇ ਸਾਹਮਣੇ ਗੱਲ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਸਮੀਰ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਹੋਇਆ ਸੀ। ਸਮੀਰ ਵੀ ਆਪਣੀ ਮਾਂ ਦੇ ਸਾਹਮਣੇ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਤੇ ਕਮਰੇ 'ਚ ਆਉਂਦੇ ਹੀ ਇਸ ਤਰ੍ਹਾਂ ਪਿਆਰ ਜਤਾਉਂਦਾ ਜਿਵੇਂ ਉਹਨਾਂ ਦੀ ਜ਼ਿੰਦਗੀ 'ਚ ਮੇਰੇ ਤੋਂ ਬਿਨਾਂ ਕੋਈ ਹੋਰ ਹੋਵੇ ਹੀ ਨਾ। ਜਦੋਂ ਸਮੀਰ ਨੂੰ ਕਿਤੇ ਬਾਹਰ ਜਾਣ ਨੂੰ ਕਹਿੰਦੀ ਤਾਂ ਉਹ ਸਾਫ਼ ਮਨਾ ਕਰ ਦਿੰਦੇ। ਇੱਕ ਦਿਨ ਮੇਰੀ ਸਹੇਲੀ ਘਰ ਆਈ ਤੇ ਮੇਰੀ ਸੱਸ ਤੋਂ ਪੁੱਛ ਕੇ ਮੈਨੂੰ ਆਪਣੇ ਨਾਲ ਬਾਜ਼ਾਰ ਲੈ ਗਈ। ਮੈਂ ਬਾਜ਼ਾਰ ਜਾ ਕੇ ਦੇਖਿਆ ਤਾਂ ਸਮੀਰ ਮੇਰੀ ਉਡੀਕ ਕਰ ਰਿਹਾ ਸੀ। ਉੱਥੇ ਸਮੀਰ ਮੈਨੂੰ ਘੁਮਾਉਣ ਲੈ ਗਿਆ। ਅਸੀਂ ਸਾਰਾ ਦਿਨ ਘੁੰਮਦੇ ਰਹੇ। ਅਸੀਂ ਰਾਤ ਦਾ ਖਾਣਾ ਵੀ ਇਕੱਠੇ ਹੀ ਖਾਧਾ। ਸਮੀਰ ਨੇ ਮੈਨੂੰ ਮੇਰੀ ਸਹੇਲੀ ਦੇ ਘਰ ਛੱਡ ਦਿੱਤਾ ਤੇ ਮੈਂ ਆਪਣੀ ਸਹੇਲੀ ਨਾਲ ਆਪਣੇ ਸਹੁਰੇ ਘਰ ਵਾਪਸ ਆ ਗਈ। ਮੈਨੂੰ ਸਮੀਰ ਦੀ ਇਹ ਗੱਲ ਸਮਝ ਨਾ ਆਈ। ਸਮੀਰ ਨੇ ਮੈਨੂੰ ਮਨਾ ਕੀਤਾ ਸੀ ਕਿ ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਾਂ। ਮੈਂ ਵੀ ਅਜਿਹਾ ਹੀ ਕੀਤਾ। ਮੇਰੀ ਸੱਸ ਮੇਰੇ ਤੇ ਸਮੀਰ ਤੋਂ ਬਹੁਤ ਖੁਸ਼ ਸੀ, ਮੈਨੂੰ ਕੁਝ ਨਹੀਂ ਕਹਿੰਦੀ ਸੀ, ਪਰ ਮੇਰੀ ਦਰਾਣੀ ਤੋਂ ਹਮੇਸ਼ਾ ਨਾਰਾਜ਼ ਰਹਿੰਦੀ ਤੇ ਉਸ ਨੂੰ ਤਾਨੇ ਦਿੰਦੀ ਰਹਿੰਦੀ ਸੀ। ਰੋਜ਼ ਰਾਤ ਨੂੰ ਦਰਾਣੀ ਦੇ ਰੋਣ ਦੀ ਆਵਾਜ਼ ਆਉਂਦੀ ਤੇ ਉਸ ਆਵਾਜ਼ 'ਚ ਗਵਾਚ ਜਾਂਦੀ। ਸਮੀਰ ਮੇਰਾ ਉਦਾਸ ਚਿਹਰਾ ਦੇਖ ਕੇ ਮੇਰੇ ਨਾਲ ਨਾਰਾਜ਼ ਹੋ ਕੇ ਕਹਿੰਦੇ ਕਿ ਤੂੰ ਕਿਉਂ ਇਸ ਆਵਾਜ਼ ਵੱਲ ਧਿਆਨ ਦਿੰਦੀ ਹੈ। ਮੈਂ ਸਮੀਰ ਨੂੰ ਕਿਹਾ ਕਿ ਤੁਸੀਂ ਆਪਣੇ ਭਰਾ ਨਾਲ ਗੱਲ ਕਿਉਂ ਨਹੀਂ ਕਰਦੇ। ਉਹਨਾਂ ਦੋਵਾਂ ਪਤੀ ਪਤਨੀ ਦਾ ਜੋ ਵੀ ਝਗੜਾ ਹੈ ਆਖਰ ਗੱਲ ਕਰਕੇ ਉਸ ਨੂੰ ਖਤਮ ਕਰੋ। ਸਮੀਰ ਨੇ ਕਿਹਾ ਕਿ ਉਹਨਾਂ ਦੋਵਾਂ 'ਚ ਬੋਲਣ ਦੀ ਕੋਈ ਲੋੜ ਨਹੀਂ। ਮਾਂ ਇਸ ਘਰ ਦੀ ਵੱਡੀ ਹੈ, ਮਾਂ ਦੇਖ ਲਵੇਗੀ ਕਿ ਕੀ ਕਰਨਾ ਹੈ ਤੇ ਕੀ ਨਹੀਂ। ਮੈਂ ਵੀ ਸੋਚਿਆ ਕਿ ਸਮੀਰ ਠੀਕ ਕਹਿ ਰਿਹਾ ਹੈ। ਮੈਂ ਜਦੋਂ ਵੀ ਆਪਣੇ ਦਿਓਰ ਨੂੰ ਦੇਖਦੀ ਤਾਂ ਉਸ 'ਤੇ ਬਹੁਤ ਗੁੱਸਾ ਆਉਂਦਾ ਤੇ ਸੋਚਦੀ ਕਿ ਦੋਵੇਂ ਭਰਾਵਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਕ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਦੂਜਾ ਰੋਜ਼ ਕੁੱਟਦਾ ਮਾਰਦਾ ਹੈ। ਇੱਕ ਦਿਨ ਸਮੀਰ ਨੇ ਮੈਨੂੰ ਕਿਹਾ ਕਿ ਉਹ ਆਪਣੇ ਦੋਸਤ ਦੇ ਵਿਆਹ 'ਚ ਜਾ ਰਿਹਾ ਹੈ। ਮੈਂ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਚੱਲਾਂਗੀ, ਪਰ ਸਮੀਰ ਨੇ ਮੈਨੂੰ ਕਿਹਾ ਕਿ ਸਾਡੇ ਇੱਥੇ ਘਰ ਦੀ ਬਹੂ ਦੋਸਤਾਂ ਦੇ ਵਿਆਹ 'ਚ ਨਹੀਂ ਜਾਂਦੀ। ਇਹ ਸੁਣ ਕੇ ਮੈਂ ਚੁੱਪ ਹੋ ਗਈ ਤੇ ਸਮੀਰ ਇਕੱਲਾ ਆਪਣੇ ਦੋਸਤ ਦੇ ਵਿਆਹ 'ਚ ਚਲਾ ਗਿਆ। ਮੈਂ ਆਪਣੇ ਕਮਰੇ 'ਚ ਪਈ ਸੀ ਕਿ ਰੋਜ਼ਾਨਾ ਵਾਂਗ ਫਿਰ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਆਵਾਜ਼ਾਂ ਵੱਲ ਧਿਆਨ ਨਾ ਦੇਵਾਂ, ਪਰ ਮੇਰੇ ਤੋਂ ਚਾਹ ਕੇ ਵੀ ਅਜਿਹਾ ਨਹੀਂ ਹੋ ਰਿਹਾ ਸੀ। ਮੇਰਾ ਧਿਆਨ ਉਹਨਾਂ ਆਵਾਜ਼ਾਂ ਵੱਲ ਜਾ ਰਿਹਾ ਸੀ। ਸਮੀਰ ਹੁੰਦਾ ਤਾਂ ਉਹ ਮੈਨੂੰ ਆਪਣੀਆਂ ਗੱਲਾਂ 'ਚ ਉਲਝਾ ਕੇ ਰੱਖਦਾ, ਪਰ ਅੱਜ ਸਮੀਰ ਘਰ ਨਹੀਂ ਸੀ ਤਾਂ ਮੇਰੇ ਕੋਲ ਮੌਕਾ ਸੀ। ਮੈਂ ਸੋਚਿਆ ਕਿ ਜਾ ਕੇ ਦੇਖਦੀ ਹਾਂ ਕਿ ਆਖਰ ਕਮਰੇ 'ਚ ਹੁੰਦਾ ਕੀ ਹੈ। ਮੈਂ ਹੌਲੀ-ਹੌਲੀ ਆਪਣੇ ਕਮਰੇ 'ਚੋਂ ਬਾਹਰ ਨਿਕਲੀ ਤਾਂ ਕਿ ਸੱਸ ਨੂੰ ਪਤਾ ਨਾ ਲੱਗੇ। ਮੈਂ ਦੱਬੇ ਪੈਰੀ ਆਪਣੇ ਦਿਓਰ ਦੇ ਕਮਰੇ ਵੱਲ ਜਾਣ ਲੱਗੀ। ਮੈਂ ਕਮਰੇ ਕੋਲ ਜਾ ਕੇ ਦੇਖਿਆ ਤਾਂ ਉਹਨਾਂ ਦੇ ਕਮਰੇ ਦੀ ਕੁੰਡੀ ਨਹੀਂ ਲੱਗੀ ਸੀ। ਜਦੋਂ ਮੈਂ ਡਰਦੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਮੈਂ ਜੋ ਦੇਖਿਆ ਉਹ ਦੇਖ ਕੇ ਮੈਂ ਹੈਰਾਨ ਰਹਿ ਗਈ। ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਕੀ ਇਹ ਮਾਮਲਾ ਹੈ?
ਮੇਰਾ ਦਿਓਰ ਤੇ ਦਰਾਨੀ ਵੀ ਮੈਨੂੰ ਆਪਣੇ ਕਮਰੇ 'ਚ ਇਸ ਤਰ੍ਹਾਂ ਅਚਾਨਕ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਂ ਅਚਾਨਕ ਉਹਨਾਂ ਦੇ ਕਮਰੇ 'ਚ ਆ ਜਾਵਾਂਗੀ। ਅੰਦਰ ਦਾ ਨਜ਼ਾਰਾ ਅਜਿਹਾ ਸੀ ਕਿ ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਅੰਦਰ ਜਾ ਕੇ ਮੈਂ ਦੇਖਿਆ ਕਿ ਮੇਰਾ ਦਿਓਰ ਤੇ ਦਰਾਨੀ ਆਰਾਮ ਨਾਲ ਬੈਠ ਕੇ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਖਾਣਾ ਖਵਾ ਰਹੇ ਹਨ ਤੇ ਉਹਨਾਂ ਕੋਲ ਇੱਕ ਮੋਬਾਈਲ ਰੱਖਿਆ ਹੋਇਆ ਹੈ ਜਿਸ 'ਚੋਂ ਇਹ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਇਹ ਆਵਾਜ਼ਾਂ ਮੇਰੀ ਦਰਾਨੀ ਦੀਆਂ ਹੀ ਸਨ। ਮੇਰੀ ਦਰਾਨੀ ਨੇ ਮੈਨੂੰ ਦੇਖ ਕੇ ਅੰਦਰ ਬੁਲਾਇਆ ਤੇ ਆਪਣੇ ਕੋਲ ਬਿਠਾ ਲਿਆ। ਮੈਂ ਤਾਂ ਹੈਰਾਨੀ ਨਾਲ ਆਪਣੇ ਦਿਓਰ ਤੇ ਦਰਾਨੀ ਦਾ ਚਿਹਰਾ ਦੇਖ ਰਹੀ ਸੀ ਤੇ ਕੁਝ ਦੇਰ ਇਸ ਤਰ੍ਹਾਂ ਹੀ ਚੁੱਪ ਬੈਠੀ ਰਹੀ। ਅਸੀਂ ਸਾਰੇ ਇੱਕ ਦੂਜੇ ਦੇ ਚਿਹਰੇ ਨੂੰ ਦੇਖ ਰਹੇ ਸੀ। ਉਸ ਤੋਂ ਬਾਅਦ ਮੈਂ ਆਪਣੇ ਦਿਓਰ ਤੇ ਦਰਾਨੀ ਤੋਂ ਪੁੱਛਿਆ ਕਿ ਇਹ ਸਭ ਕੀ ਹੈ। ਮੇਰੀ ਤਾਂ ਕੁਝ ਸਮਝ ਨਹੀਂ ਆ ਰਿਹਾ। ਤੂੰ ਰੋਜ਼ਾਨਾ ਰੋਂਦੀ ਹੈ ਤੇ ਇਸ ਘਰ 'ਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਤੁਹਾਡਾ ਦੋਵਾਂ ਦਾ ਝਗੜਾ ਖਤਮ ਕਰਵਾਉਣ ਆਈ ਸੀ, ਪਰ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਹੈ। ਕਿ ਤੁਸੀਂ ਦੋਵੇਂ ਮੈਨੂੰ ਦੱਸੋਗੇ ਕਿ ਕੀ ਗੱਲ ਹੈ ਜਾਂ ਫਿਰ ਮੈਂ ਮਾਂ ਜੀ ਤੋਂ ਪੁੱਛਾਂ ਕੀ ਗੱਲ ਹੈ। ਇਹ ਸੁਣ ਕੇ ਮੇਰੀ ਦਰਾਨੀ ਨੇ ਮੈਨੂੰ ਰੋਕ ਲਿਆ ਤੇ ਮੈਨੂੰ ਦੱਸਿਆ ਕਿ ਮੇਰੀ ਤੇ ਤੁਹਾਡੇ ਦਿਓਰ ਦੀ ਲਵ ਮੈਰਿਜ ਹੋਈ ਹੈ। ਅਸੀਂ ਦੋਵੇਂ ਇਕੱਠੇ ਕਾਲਜ 'ਚ ਪੜ੍ਹਦੇ ਸੀ, ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ, ਪਰ ਇੱਥੇ ਇਸ ਘਰ 'ਚ ਕਿਸੇ ਨੂੰ ਲਵ ਮੈਰਿਜ ਕਰਨ ਦੀ ਇਜਾਜ਼ਤ ਨਹੀਂ ਹੈ। ਜਦੋਂ ਤੁਹਾਡਾ ਦਿਓਰ ਮੇਰੇ ਨਾਲ ਵਿਆਹ ਕਰਕੇ ਮੈਨੂੰ ਇਸ ਘਰ 'ਚ ਲੈ ਕੇ ਆਇਆ ਤਾਂ ਮੇਰੀ ਸੱਸ ਨੇ ਮੇਰਾ ਜਿਉਣਾ ਹਰਾਮ ਕਰ ਦਿੱਤਾ। ਰੋਜ਼ਾਨਾ ਕਿਸੇ ਨਾ ਕਿਸੇ ਗੱਲ ਤੇ ਮੈਨੂੰ ਤਾਨੇ ਮਾਰਦੀ ਰਹਿੰਦੀ। ਦਿਨ ਰਾਤ ਉਹਨਾਂ ਦੀ ਇਹੀ ਕੋਸ਼ਿਸ਼ ਰਹਿੰਦੀ ਕਿ ਸਾਡੇ ਦੋਵਾਂ 'ਚ ਲੜਾਈ ਝਗੜਾ ਹੁੰਦਾ ਰਹੇ ਤੇ ਇਹ ਮੈਨੂੰ ਛੱਡ ਦੇਣ ਤੇ ਉਹਨਾਂ ਦੀ ਪਸੰਦ ਦੀ ਲੜਕੀ ਨਾਲ ਵਿਆਹ ਕਰ ਲੈਣ, ਪਰ ਸਾਡਾ ਇਹ ਪਿਆਰ ਖਤਮ ਨਾ ਹੋਇਆ ਤੇ ਮੈਂ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕਦੇ ਉਹਨਾਂ ਨੂੰ ਕੁਝ ਨਾ ਕਹਿੰਦੀ। ਇੱਕ ਦਿਨ ਸਾਡਾ ਕਿਸੇ ਗੱਲ ਨੂੰ ਲੈ ਕੇ ਛੋਟਾ ਮੋਟਾ ਝਗੜਾ ਹੋ ਗਿਆ। ਇਹ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਤੇ ਉਸ ਦਿਨ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। ਤਾਂ ਮੈਂ ਸਮਝ ਗਈ ਕਿ ਇਹ ਚਾਹੁੰਦੀ ਹੈ ਕਿ ਸਾਡੇ ਦੋਵਾਂ ਝਗੜਾ ਰਹੇ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਲੜਦੇ ਝਗੜਦੇ ਰਹੀਏ, ਆਪਸ 'ਚ ਖੁਸ਼ ਨਾ ਰਹੀਏ। ਫਿਰ ਅਸੀਂ ਦੋਵਾਂ ਨੇ ਮਿਲ ਕੇ ਇੱਕ ਸਕੀਮ ਬਣਾਈ। ਅਸੀਂ ਦੋਵੇਂ ਸਾਰਿਆਂ ਦੇ ਸਾਹਮਣੇ ਇੱਕ ਦੂਜੇ ਨਾਲ ਲੜਾਈ ਝਗੜਾ ਕਰਾਂਗੇ ਤੇ ਇੱਕ ਦੂਜੇ ਨਾਲ ਗੱਲ ਨਹੀਂ ਕਰਾਂਗੇ ਤੇ ਸਾਰਿਆਂ ਨੂੰ ਇਸ ਤਰ੍ਹਾਂ ਦਿਖਾਵਾਂਗੇ ਜਿਵੇਂ ਸਾਡੇ 'ਚ ਬਹੁਤ ਲੜਾਈ ਰਹਿੰਦੀ ਹੈ ਤੇ ਅਸੀਂ ਦੋਵੇਂ ਇੱਕ ਦੂਜੇ ਤੋਂ ਖੁਸ਼ ਨਹੀਂ ਹਾਂ। ਜਦੋਂ ਤੋਂ ਅਸੀਂ ਦੋਵਾਂ ਨੇ ਇਹ ਕਰਨਾ ਸ਼ੁਰੂ ਕੀਤਾ ਤਾਂ ਸੱਸ ਨੇ ਸਮਝਿਆ ਕਿ ਉਹਨਾਂ ਦਾ ਬੇਟਾ ਮੈਨੂੰ ਅਹਿਮੀਅਤ ਨਹੀਂ ਦਿੰਦਾ ਤੇ ਮੈਨੂੰ ਕੁੱਟਦਾ ਮਾਰਦਾ ਹੈ, ਮੇਰੇ ਤੇ ਜ਼ੁਲਮ ਕਰਦਾ ਹੈ। ਇਹ ਸੋਚ ਕੇ ਉਹ ਬਹੁਤ ਖੁਸ਼ ਹੁੰਦੀ ਤੇ ਮੈਨੂੰ ਉਹਨਾਂ ਨੇ ਤਾਨੇ ਦੇਣੇ ਵੀ ਬੰਦ ਕਰ ਦਿੱਤੇ। ਉਦੋਂ ਤੋਂ ਅਸੀਂ ਇਹੀ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਸਾਰਿਆਂ ਵਿੱਚ ਇਸ ਤਰ੍ਹਾਂ ਰਹਿੰਦੇ ਹਾਂ ਜਿਵੇਂ ਅਸੀਂ ਦੋਵੇਂ ਇੱਕ ਦੂਜੇ ਤੋਂ ਖੁਸ਼ ਨਹੀਂ ਹਾਂ, ਪਰ ਅਸੀਂ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ ਤੇ ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਾਂ। ਸਮੀਰ ਨੂੰ ਵੀ ਸਭ ਕੁਝ ਪਤਾ ਹੈ ਤੇ ਉਹ ਸਮਝਦਾਰ ਹੈ, ਇਸ ਲਈ ਉਹ ਮਾਂ ਦੇ ਸਾਹਮਣੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ, ਨਾ ਹੀ ਮਾਂ ਦੀ ਕਿਸੇ ਗੱਲ ਦਾ ਉਲਟਾ ਜਵਾਬ ਦਿੰਦਾ ਹੈ, ਕਿਉਂਕਿ ਜੇਕਰ ਮਾਂ ਨੂੰ ਪਤਾ ਲੱਗਿਆ ਕਿ ਉਹ ਤੇਰੇ ਤੋਂ ਖੁਸ਼ ਹੈ ਤੇ ਤੈਨੂੰ ਖੁਸ਼ ਰੱਖਦਾ ਹੈ ਤਾਂ ਉਹ ਤੇਰਾ ਵੀ ਜਿਉਣਾ ਹਰਾਮ ਕਰ ਦੇਵੇਗੀ। ਇਹ ਸਭ ਸੁਣ ਕੇ ਮੈਂ ਬਹੁਤ ਖੁਸ਼ ਹੋਈ ਤੇ ਮੈਂ ਆਪਣੀ ਦਰਾਨੀ ਨੂੰ ਆਪਣੇ ਗਲੇ ਲਾ ਲਿਆ। ਫਿਰ ਮੈਂ ਆਪਣੇ ਕਮਰੇ 'ਚ ਵਾਪਸ ਆ ਗਈ। ਦੇਰ ਰਾਤ ਜਦੋਂ ਸਮੀਰ ਵਾਪਸ ਆਇਆ ਤਾਂ ਉਹ ਮੇਰੇ ਲਈ 버ਗਰ ਲੈ ਕੇ ਆਇਆ। ਅੱਜ ਮੈਂ ਇਹ ਗੱਲ ਨੋਟ ਕੀਤੀ ਕਿ ਸਮੀਰ ਜਦੋਂ ਵੀ ਮੇਰੇ ਲਈ ਕੁਝ ਲੈ ਕੇ ਆਉਂਦਾ ਸੀ ਤਾਂ ਲੁਕੋ ਕੇ ਹੀ ਲਿਆਉਂਦਾ ਸੀ। ਮੈਂ ਦਿਲ ਹੀ ਦਿਲ 'ਚ ਇਹ ਸੋਚ ਰਹੀ ਸੀ ਕਿ ਮਾਂ ਵੀ ਅਜਿਹੀ ਹੁੰਦੀ ਹੈ ਜੋ ਬੇਟਿਆਂ ਦੀ ਖੁਸ਼ੀ 'ਚ ਖੁਸ਼ ਨਹੀਂ ਰਹਿ ਸਕਦੀ। ਜਦੋਂ ਮਾਂ ਅਜਿਹੀ ਹੋਵੇ ਤਾਂ ਬੇਟਿਆਂ ਨੂੰ ਕੋਈ ਨਾ ਕੋਈ ਰਸਤਾ ਕੱਢਣਾ ਪੈਂਦਾ ਹੈ। ਇਸ ਲਈ ਦੋਵੇਂ ਭਰਾਵਾਂ ਨੇ ਇਹ ਰਸਤਾ ਚੁਣਿਆ। ਉਹ ਆਪਣੀ ਮਾਂ ਦੇ ਸਾਹਮਣੇ ਮਾਂ ਦੀ ਮਰਜ਼ੀ ਨਾਲ ਰਹਿੰਦੇ ਤਾਂ ਕਿ ਮਾਂ ਖੁਸ਼ ਰਹੇ ਤੇ ਕਮਰੇ 'ਚ ਪਤਨੀ ਨੂੰ ਵੀ ਖੁਸ਼ ਰੱਖਦੀ। ਕਦੇ-ਕਦੇ ਰਿਸ਼ਤਿਆਂ ਨੂੰ ਬਚਾਉਣ ਲਈ ਸਾਨੂੰ ਅਜਿਹਾ ਕਦਮ ਉਠਾਉਣਾ ਪੈਂਦਾ ਹੈ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸ ਦੇ ਨਾਲ ਦਿੱਤੇ ਹੋਏ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਤੁਹਾਨੂੰ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।